ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਬਹੁਤ ਚਿਰਾਂ ਬਾਅਦ ਇਹ ਵੀਡੀਓ ਆ ਰਹੀ ਹੈ ਚੈਨਲ ਦੇ ਉੱਤੇ। ਚੈਨਲ ਕਾਫੀ ਟਾਈਮ ਦੇ ਉੱਤੇ ਕੁਝ ਵੀ ਕੰਟੈਂਟ ਅਸੀਂ ਪ੍ਰੋਵਾਈਡ ਨਹੀਂ ਕਰਾ ਪਾ ਰਹੇ ਸੀਗੇ। ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਟਾਈਮ ਐਂਡ ਵਰਕ। ਇੱਕ ਮੈਥ ਦਾ ਚੈਪਟਰ ਹੈ ਜੋ ਕਿ ਹਰ ਪੇਪਰ ਦੇ ਵਿੱਚ ਆਪਣੀ ਵੇਟੇਜ ਰੱਖਦਾ ਹੈ, 2 ਤੋਂ 3 ਸਵਾਲ ਦੀ ਵੇਟੇਜ ਰੱਖਦਾ ਹੈ। ਜੇ ਆਪਾਂ ਗੱਲ ਕਰੀਏ PSSSB ਦੇ ਕਿਸੇ ਵੀ ਐਗਜ਼ਾਮ ਦੀ ਜਾਂ PPSC ਦੇ ਐਗਜ਼ਾਮ ਦੀ, ਤਾਂ ਟਾਈਮ ਐਂਡ ਵਰਕ ਦੀ ਖਾਸੀ ਵੇਟੇਜ ਹੁੰਦੀ ਹੈ। 2 ਤੋਂ 3 ਨੰਬਰ ਦੀ ਵੇਟੇਜ ਹੁੰਦੀ ਹੈ। ਨਾਲੇ ਬਕਾਇਦਾ ਇਹਦੇ ਕਨਸੈਪਟਸ ਆਪਾਂ ਨੂੰ ਰੀਜ਼ਨਿੰਗ 'ਚ ਵੀ ਹੈਲਪ ਕਰਦੇ ਨੇ, ਕਾਫੀ ਜਗ੍ਹਾ ਤੇ ਆਪਾਂ ਨੂੰ ਵੈਸੇ ਵੀ ਹੈਲਪ ਆਉਂਦੀ ਹੈ। ਸੋ ਟਾਈਮ ਐਂਡ ਵਰਕ ਸ਼ੁਰੂ ਕਰਨ ਜਾ ਰਹੇ ਹਾਂ ਜੀ। ਬਿਲਕੁਲ ਬੇਸਿਕ ਤੋਂ ਸ਼ੁਰੂ ਕਰਾਂਗੇ ਤੇ ਕਾਫੀ ਮੇਰੇ ਲੱਗਦਾ ਹੈ ਮੇਰੇ ਅਕੋਰਡਿੰਗਲੀ ਇਹਦੇ 10 ਤੋਂ 12 ਪਾਰਟਸ ਆਣਗੇ। ਫਿਰ ਸ਼ਾਇਦ 2 ਤੋਂ 3 ਪ੍ਰੈਕਟਿਸ ਦੇ ਵੀ ਸੈਟਸ ਲਗਾਵਾਂਗੇ ਆਪਾਂ ਟਾਈਮ ਐਂਡ ਕੱਲੇ ਵਰਕ ਦੇ ਉੱਤੇ। ਐਵੇਂ ਹੀ ਤੁਹਾਡੀ ਮੈਂ ਮੈਥ YouTube ਉੱਤੇ ਕਵਰ ਕਰਾਂਗਾ ਜੀ, ਠੀਕ ਹੈ। ਜੇ ਤੁਹਾਨੂੰ ਕੁਝ ਲੱਗੇ ਵੀ ਫੀਡਬੈਕ ਦੇਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇ ਸਕਦੇ ਹੋ, ਨਹੀਂ ਤਾਂ ਆਪਣਾ ਨੰਬਰ ਮੈਂਸ਼ਨ ਕਰ ਦੂੰਗਾ ਵੀਡੀਓ ਦੇ ਲਾਸਟ ਦੇ ਵਿੱਚ। ਤੁਸੀਂ ਲਾਸਟ ਜਾ ਕੇ ਮੇਰਾ ਨੰਬਰ ਦੇ ਕੇ ਮੈਨੂੰ ਉੱਥੇ ਵੀ ਕੋਈ ਫੀਡਬੈਕ ਦੇ ਸਕਦੇ ਹੋ, ਠੀਕ ਹੈ ਜੀ। ਸੋ ਟਾਈਮ ਐਂਡ ਵਰਕ ਸ਼ੁਰੂ ਕਰਦੇ ਹਾਂ। ਦੇਖੋ ਟਾਈਮ ਐਂਡ ਵਰਕ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਦੋਂ ਆਪਾਂ ਕੋਈ ਕੰਮ ਕਰਦੇ ਹਾਂ, ਜਦੋਂ ਵੀ ਆਪਾਂ ਕੰਮ ਕਰਦੇ ਹਾਂ ਤਾਂ ਉਸ ਕੰਮ ਕਰਨ ਨੂੰ ਕੁਝ ਸਮਾਂ ਲੱਗਦਾ ਹੈ। ਉਸ ਸਮੇਂ ਦੇ ਹੀ ਉੱਤੇ ਸਾਰੇ ਕਨਸੈਪਟਸ ਪੜ੍ਹਾਏ ਗਏ ਨੇ, ਠੀਕ ਹੈ ਨਾ ਜੀ। ਇਹ ਇੱਥੇ ਕੀ ਕੀਤਾ ਜਾਂਦਾ ਹੈ ਵੀ ਅਲੱਗ-ਅਲੱਗ ਬੰਦਿਆਂ ਦੇ ਤੁਹਾਨੂੰ ਕੰਮ ਕਰਨ ਦੀ ਸ਼ਮਤਾ ਦਿੱਤੀ ਜਾਂਦੀ ਹੈ। ਕਦੀ ਸ਼ਮਤਾ ਜਿਹਨੂੰ ਆਪਾਂ ਐਫੀਸ਼ੀਐਂਸੀ ਕਹਿੰਦੇ ਹਾਂ, ਉਹ ਦੇਖ ਕੇ ਤੁਹਾਨੂੰ ਕੁਐਸਚਨ ਦੇ ਵਿੱਚ ਉਲਝਾਇਆ ਜਾ ਸਕਦਾ ਹੈ। ਸੋ ਆਪਾਂ ਹਰੇਕ ਟਾਈਪ ਦਾ ਦੇਖਦੇ ਜਾਵਾਂਗੇ ਤੇ ਤੁਸੀਂ ਮੇਰੇ ਨਾਲ ਦੀ ਨਾਲ ਹੀ ਇਸ ਨੂੰ ਨੋਟ ਕਰਦੇ ਜਾਣਾ। ਦੂਜੀ ਗੱਲ, ਇਹ ਵੀਡੀਓ ਬਿਲਕੁਲ ਕੋਸ਼ਿਸ਼ ਕਰਾਂਗੇ ਬਹੁਤ ਹੱਦ ਤੱਕ ਪੰਜਾਬੀ ਦੇ ਵਿੱਚ ਹੀ ਸਮਝਿਆ ਜਾਵੇ, ਪਰ ਮੈਂ ਇੱਕ ਗੱਲ ਕਹੂੰਗਾ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਵਧੀਆ ਕਰ ਲਓ ਕਿ ਤੁਸੀਂ ਦੋਨੋਂ ਲੈਂਗੁਏਜ 'ਚ ਵਧੀਆ ਹੋ ਜਾਓ, ਪੰਜਾਬੀ 'ਚ ਵੀ ਇੰਗਲਿਸ਼ 'ਚ ਵੀ। ਕਿਸੇ ਇੱਕ ਲੈਂਗੁਏਜ 'ਚ ਪੇਪਰ ਕੱਢਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਅਗਰ ਤੁਹਾਡੇ ਕੋਲ 2 ਲੈਂਗੁਏਜਸ ਹੈਗੀਆਂ ਉਹਦੇ ਤੁਹਾਨੂੰ ਕਾਫੀ ਫਾਇਦਾ ਦਿਖੂਗਾ। ਸੋ 2 ਲੈਂਗੁਏਜਸ 'ਚ ਮੈਂ ਇਹ ਨਹੀਂ ਕਹਿੰਦਾ ਕੱਲੀ ਇੰਗਲਿਸ਼ ਕੱਲੀ ਪੰਜਾਬੀ, ਕੋਸ਼ਿਸ਼ ਕਰੋ ਤੁਹਾਨੂੰ ਦੋਨੋਂ ਕਮ ਸੇ ਕਮ ਸਮਝ ਆ ਸਕਣ, ਤੁਸੀਂ ਇੰਨਾ ਕਰ ਸਕੋ, ਠੀਕ ਹੈ ਜੀ। ਕੱਲਾ ਸਮਝਣ ਜੋਗਾ ਕਰ ਲਓ, ਠੀਕ ਹੈ ਜੀ। ਸੋ ਆਪਾਂ ਟਾਈਮ ਐਂਡ ਵਰਕ ਸ਼ੁਰੂ ਕਰਦੇ ਹਾਂ। ਦੇਖੋ ਪਹਿਲਾਂ ਬਿਲਕੁਲ ਬੇਸਿਕਸ ਤੋਂ ਸ਼ੁਰੂ ਕਰਾਂਗੇ। ਦੇਖੋ ਟਾਈਮ ਐਂਡ ਵਰਕ 'ਚ ਕੋਈ ਫਾਰਮੂਲਾ ਨਹੀਂ, ਕੁਛ ਨਹੀਂ ਲਗਾਵਾਂਗੇ ਆਪਾਂ। ਦੇਖੋ ਸਿੰਪਲ ਜੀ ਕੁਐਸਚਨ ਸਟਾਰਟ ਕਰਦੇ ਹਾਂ ਆਪਾਂ। ਇਹਦੇ ਕੁਐਸਚਨਸ ਤੋਂ ਹੀ ਆਪਾਂ ਚੈਪਟਰ ਨੂੰ ਚੱਕਣ ਦਾ ਮਤਲਬ ਹੀ ਇਹ ਸੀਗਾ ਬਿਕੋਜ਼ ਆਪਾਂ ਇਹਨੂੰ ਕੁਐਸਚਨਸ ਤੋਂ ਸਟਾਰਟ ਕਰ ਸਕਦੇ ਹਾਂ। ਇਸ ਚੈਪਟਰ ਦੇ ਵਿੱਚ ਮਤਲਬ ਆਪਾਂ ਕਨਸੈਪਟਸ ਨੂੰ ਸਮਝ ਸਕਦੇ ਹਾਂ, ਕੋਈ ਰੱਟਾ ਮਾਰਨ ਨੂੰ ਕੁਛ ਵੀ ਨਹੀਂ ਹੈ। ਕਨਸੈਪਟਸ ਨੇ। ਪਹਿਲਾ ਕੁਐਸਚਨ ਹੈ ਜੀ, ਜਦੋਂ ਆਪਾਂ ਗੱਲ ਕਰਦੇ ਹਾਂ, ਇੱਕ ਬੰਦਾ A ਹੈ, ਇੱਕ ਬੰਦਾ B ਹੈ। ਬਿਲਕੁਲ ਬੇਸਿਕ ਤੋਂ ਚੱਕਾਂਗਾ। ਜਿਹਨੂੰ ਲੱਗ ਰਿਹਾ ਵੀ ਬਹੁਤ ਬੇਸਿਕ ਹੈ ਉਹ ਜਦੋਂ ਇਹਦੇ ਅਗਲੇ ਪਾਰਟਸ ਆਣਗੇ ਉੱਥੇ ਜਾ ਕੇ ਵੀ ਦੇਖ ਸਕਦਾ ਹੈ, ਠੀਕ ਹੈ ਜੀ। ਜੇ ਮੈਂ ਗੱਲ ਕਰਾਂ A ਦੀ, ਮੈਂ ਕਹਿ ਰਿਹਾ ਜੀ ਇਹ ਇੱਕ ਕੰਮ ਨੂੰ 10 ਦਿਨ 'ਚ ਕਰ ਲੈਂਦਾ, 10 ਡੇਜ਼ ਦੇ ਵਿੱਚ ਜਾਂ 10 ਦਿਨ ਦੇ ਵਿੱਚ ਇਹ ਇੱਕ ਕੰਮ ਨੂੰ ਕਰ ਲੈਂਦਾ, ਠੀਕ ਹੈ ਜੀ। ਉੱਥੇ ਆਪਾਂ ਗੱਲ ਕਰੀਏ B ਦੀ, ਤਾਂ B ਨੂੰ ਮੈਂ ਮੰਨ ਲਿਆ ਜੀ ਉਹ 15 ਡੇਜ਼ ਦੇ ਵਿੱਚ ਇੱਕ ਕੰਮ ਨੂੰ ਕਰ ਲੈਂਦਾ, ਠੀਕ ਹੈ ਜੀ। ਦੇਖੋ ਇੱਕ ਤਾਂ ਤਰੀਕਾ ਹੁੰਦਾ ਬਿਲਕੁਲ ਬੇਸਿਕ ਤਰੀਕੇ ਨਾਲ ਕੀਤਾ ਜਾਵੇ, ਪਰ ਬੇਸਿਕਸ ਜਿਹੜੇ ਹੈ ਨਾ ਉਹ ਪੇਪਰਾਂ ਦੇ ਵਿੱਚ ਨਹੀਂ ਚੱਲਦੇ। ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤੁਹਾਡੇ ਬੇਸਿਕਸ ਐਕਸ ਮੰਨਣ ਵਾਲੀ ਚੀਜ਼ ਬਹੁਤ ਘੱਟ ਤੱਕ ਚੱਲਦੀ ਹੈ। ਚਲਾਈ ਜਾ ਸਕਦੀ ਹੈ ਉਸ ਨੂੰ, ਬਟ ਬਹੁਤ ਘੱਟ ਚੱਲਦੀ ਹੈ ਬਿਕੋਜ਼ ਪੇਪਰ ਦੇ ਵਿੱਚ ਟਾਈਮਿੰਗ ਦੀ ਕਮੀ ਹੁੰਦੀ ਹੈ, ਇਸ ਕਰਕੇ ਜਲਦੀ ਕਰਨਾ ਪੈਂਦਾ। ਪਰ ਫਿਰ ਵੀ ਆਪਾਂ ਇਹਨੂੰ ਬੇਸਿਕਸ ਤੋਂ ਹੀ ਸਮਝਾਂਗੇ। ਦੇਖੋ ਇੱਕ ਵਾਰੀ ਅਗਰ ਇਹ 10 ਦਿਨ 'ਚ ਕਰਦਾ ਹੈ, ਅਗਰ ਇਹ 15 ਦਿਨ 'ਚ ਕਰਦਾ ਹੈ, ਆਪਾਂ ਇੱਕ ਨਿਸ਼ਚਿਤ ਕੰਮ ਮੰਨ ਲੈਂਦੇ ਹਾਂ। ਇੱਕ ਕੰਮ ਮੰਨ ਲੈਂਦੇ ਹਾਂ, ਕੋਈ ਵੀ ਕੰਮ। ਜੋ ਕੰਮ ਕਿਵੇਂ ਮੰਨੀਏ, ਇਹਨਾਂ ਦੋਨਾਂ ਦਾ ਐਲਸੀਐਮ ਲੈ ਲਓ। ਇਹਨਾਂ ਦੋਨਾਂ ਦਾ ਐਲਸੀਐਮ ਲੈ ਲਓ। ਐਲਸੀਐਮ ਲੈਣਾ ਜੇ ਆਪਾਂ ਨੂੰ ਨਹੀਂ ਆਉਂਦਾ, ਵੈਸੇ ਆਪਾਂ ਐਲਸੀਐਮ HCF ਚੈਪਟਰ 'ਚ ਸਿੱਖ ਲਾਂਗੇ ਵੀ ਸੌਖੇ ਤਰੀਕੇ ਕਿਵੇਂ ਲਿੱਤਾ ਜਾਵੇ। ਨਹੀਂ ਤਾਂ ਕੀ ਕਰੋ ਵੀਰੇ, 10 ਤੇ 15 ਨੂੰ ਲਿਖੋ, ਠੀਕ ਹੈ ਜੀ। ਇਹਨਾਂ ਦਾ ਐਲਸੀਐਮ ਲਓ। ठीक है जी, सॉरी इधर 3 आ गया, ठीक है। तो 3 आ गए, 1 हो गया। सो ये अपने को एलसीएम बनया जो कि 5 3 का 15 अपने को आ गया 15, 15 2 का अपने को आ गया 30। सो 30 कॉमन जा एलसीएम आ गया अपने को। नहीं तो तुहानूं एक होर तरीका दसदा, तुसीं अगर एलसीएम नहीं करना चाहते, पेपर च इन्ना टाइम वेस्ट नहीं करना चाहते, आप जिहड़ा भी इन्हां चों वड्डी रकम है, आ वड्डी रकम है, इहदा टेबल पढ़ना शुरू कर दो। जिवें 15 1 का 15, ठीक है जी। कि 15 दोनों जा रहे हैं, नहीं जी इस ते नहीं जा रहा। 15 2 का 30, 30 इस ते भी जा रहा है, 30 इस ते भी जा रहा है, 30 ही एलसीएम हो गया। बिकॉज ये एलसीएम अगर 30 जगह 60 भी मान लो कोई इशू नहीं आएगा। सो इस तरीके ਨਾਲ लगा सकते हो, ਜਿਹੜੀ भी वड्डी रकम होवे उसका टेबल पढ़ना शुरू कर सकते हो जी। 15 1 का 15, फिर देखो जो नंबर है इस ते जा रहा है जी, इस ते जा रहा है 15 नहीं जा रहा। फिर 15 2 का 30, 30 इस ते भी जा रहा है, इस ते भी जा रहा है, 30 इन्होंने एलसीएम मान लिया जी, ठीक है। एलसीएम आ गया 30। देखो अगर 30 अपने को एलसीएम आ गया, आप ये गल कह सकते हैं 30 अपने को कम है, ये वर्क है, ये आप मान लें टोटल वर्क है, ठीक है जी। अगर 30 कम है, ये 10 दिन कर लेंदा, ये 15 दिन कर लेंदा। अगर 30 कम नूं 10 दिन कर रहा है तो 1 दिन कितना काम करेगा, वो 1 डे वर्क करते हैं। जे मैं 30 कम नूं 10 दिन लगा रहा तो 1 डे वर्क करते हैं आप, 1 डे वर्क, ठीक है जी। 1 डे वर्क, मैं 1 डे वर्क की गल करी, मैं 30 कम नूं 10 दिन लगा रहा। अगर मैं 30 कम नूं 10 दिन लगा रहा तो 1 दिन का काम मेरा कितना आ गया, 3 आ गया जी।
अगर मैं 30 ਕੰਮ ਨੂੰ 15 ਦਿਨ ਲਗਾ ਰਿਹਾ, ਮਤਲਬ ਇਹ ਆ ਗਿਆ A ਦਾ 1 ਦਿਨ ਦਾ ਕੰਮ, ਇਹ ਆ ਗਿਆ B ਦਾ 1 ਦਿਨ ਦਾ ਕੰਮ। ठीक है, ਤੁਹਾਨੂੰ क्वेश्चन की पूछा जाएगा भी दस दिन ਤੁਹਾਨੂੰ ਤੁਹਾਨੂੰ ਇਹ ਪੁੱਛਿਆ ਜਾਊਗਾ अगर A 10 दिन च करता है B 15 दिन च करता है तो दोवें मिल के कितने दिन च कर लेंगे। A प्लस B पूछा गया ਤੁਹਾਨੂੰ ਇੱਥੇ क्वेश्चन ਦੇ ਵਿੱਚ ਵੀ A प्लस B मिल के इस काम ਨੂੰ कितने दिन च कर लेंगे। ठीक है, सो B ਦੀ ਗੱਲ ਕਰਦੇ ਹਾਂ जी। ਹੁਣ B ਨੂੰ ਦੇਖੀਏ, B 30 ਕੰਮ ਕਰਦਾ 15 ਦਿਨ ਦੇ ਵਿੱਚ, 30 ਕੰਮ 15 ਦਿਨ ਦੇ ਵਿੱਚ ਆਪਣੇ ਕੋਲ ਕਿੰਨਾ ਆ ਗਿਆ, ਆਪਣੇ ਕੋਲ ਇੱਥੇ ਆ ਗਿਆ 2, यानी कि एक दिन B 2 काम कर रहा है, A 3 काम कर रहा है। ਤੁਹਾਡੇ ਕੋਲ ਹੁਣ ਦੋਵਾਂ ਦਾ ਇੱਕ ਦਿਨ ਦਾ ਕੰਮ ਆ ਗਿਆ, A ਦਾ 3 B ਦਾ 2 ਤੇ ਦੋਵਾਂ ਦਾ ਇਕੱਠਾ ਕੰਮ ਵੀ ਆ ਗਿਆ 30, ਮੇਰਾ ਟੋਟਲ ਕੰਮ ਵੀ ਆ ਗਿਆ ਉਹ 30। ਦੇਖੋ ਆਪਾਂ ਨੂੰ ਕੀ ਚਾਹੀਦਾ ਵੀ ਜਿਹੜਾ ਟੋਟਲ ਕੰਮ ਹੈ, ਜਿਹੜਾ 30 ਕੰਮ ਹੈ ਉਹ A ਤੇ B ਮਿਲ ਕੇ ਕਰਨ। ਜੇ ਹੁਣ A ਤੇ B ਤੋਂ ਮਿਲ ਕੇ ਕਰਾਣਾ ਟੋਟਲ ਵਰਕ, ਦੇਖੋ ਸਿੰਪਲ ਜੀ ਗੱਲ ਹੈ, A ਕਰ ਰਿਹਾ ਇੱਕ ਦਿਨ 'ਚ 3 ਕੰਮ, B ਕਰ ਰਿਹਾ 2 ਕੰਮ, ਤਾਂ ਦੋਨੋਂ ਮਿਲ ਕੇ ਕਿੰਨੇ ਕੰਮ ਕਰਨਗੇ, 3 + 2 5 ਕਰਨਗੇ ਜੀ। यानी 30 ਕੰਮ एक दिन 5 कर रहे हैं तो किन्ने दिन लाने टोटल दिन लगाएंगे अपने कोल आ गया 6 दिन, यानी 6 दिन के काम पूरा हो जाएगा अगर दोनों मिलकर करते हैं। ये तो हो गया बहुत बेसिक जो क्वेश्चन जो कि कई पेपर में आता भी हजे भी आता है, हजे भी आप गल करिए ना कांस्टेबल लैवल के तो यह क्वेश्चन देखने को मिलते हैं। ठीक है, अगे चलते हैं। ठीक है जी, एवं बेसिक तो चलांगे, सो बस टेंशन ना ली जाए, इसनों हौली हौली आप लैवल वधिया भी कर लांगे। एक क्वेश्चन मैं तुहानूं दे देना इहदे नाल दे, जिवें A ने काम करते जी 20 दिन दे विच, B करते जी 30 दिन दे विच, तुहानूं क्वेश्चन कढना A + B इस काम नूं कितने दिन च करनगे। इसदा आंसर उन्होंने कमेंट सैक्शन दे विच दे देना। ठीक है जी, A करता 20 डेज दे विच, B करता 30 डेज दे विच। थोड़ी प्रैक्टिस नाल हो जाएगी, मैं तुहानूं एवें करांगा टाइप्स करा के क्वेश्चन दे जाया करांगा। अगे चलते हैं जी, जे आपां अगे देखिए, हुण आपां देखिए जे आपां नूं 3 बंदे आ जाण जी, जिवें आपां कहता A B तो C। अगर A की गल करें 12 दिन मैं मान लिया जी, 15 मान लिया जी। ठीक है जी, 12 मान लिया, 15 मान लिया, तो आप करें चलो 20 मान लिया, 3 बंदे मान लिए जी। हुण तिन्ना वारी की करिए, सो तिन्ना का भी आप LCM ही लवांगे, तो 3 बंदे भी आ गए। अगर 3 बंदे आ गए, LCM वड्डा, मैं तो वैसे कड़ा नंबर चक लो, वड्डा नंबर की है, उरे 20 वड्डा नंबर है, 20 एक दा 20 इसते कट रहा है, 20 इसते नहीं कट रहा, 20 इसते नहीं कट रहा, तो पहला ये तो दोवें कट ही नहीं रहा। फिर उस तो बाद अगला टेबल 20 का टेबल पढ़ांगे 40 कि 40 इस जा रहा है, इससे नहीं जा रहा, इससे नहीं जा रहा। अगे देखो 60 इससे जा रहा है, 60 इससे जा रहा है, 60 इससे जा रहा है, 60 हो गया LCM। ठीक है, अगर 60 हो गया LCM, इन्हों का एक दिन का काम कर लेने जी। जे 60 काम 12 दिन च कर रहे हैं, जे 60 काम 12 दिन च कर रहे हैं तो एक दिन का काम कितना हो गया, एक दिन का काम हो गया 5 जी। जे 60 काम 15 दिन च कर रहे हैं, जे 60 काम 15 दिन च कर रहे हैं, एक दिन का काम हो गया 4 जी। जे 60 काम 20 दिन च कर रहे हैं, 60 काम 20 दिन च कर रहे हैं तो एक दिन का काम हो गया 3 जी। ठीक है, तो मैं दसदा बेसिक किवें करना है। ठीक है, हुण तक आ गया एक दिन का वर्क आ गया, 1 डे वर्क आ गया, तक 1 डे वर्क आ गया तिन्नों का। हुण जे एक दिन का काम आ गया, आपां नूं की कह रहा, आपां नूं कहंदा हुण A + B + C जिहड़े हैं वो तीनों मिलकर कितने दिन च करनगे। और सिंपल जी गल है जी, तो तीनों का आपां कोल 1 डे वर्क हैगा, टोटल वर्क भी हैगा, फॉर्मूला अच्छा टोटल वर्क अपॉन आप इवें लगा सकते हैं, 1 डे वर्क भी लगा सकते हैं इकट्ठा 1 डे वर्क। तो अपने को बेसिकली की निकल के आता है, अपने को बेसिकली निकल के आता है भी ये काम कितने दिन च पूरा होगा, उस चीज़ को आप कह सकते हैं। टोटल वर्क अपने को कितना 60 डेज है जी, 60 काम है, 60 वर्क है जी। ठीक है, 60 वर्क है, तो एक दिन जो 5 कर रहे हैं, 4 कर रहे हैं, 3 कर रहे हैं, दोनों कट्ठे मिलकर करनगे। 5 + 4 9, 9 + 3 12, तो 12 हो गया जी एक दिन का काम तिन्ना का। जब मैं कटिंग करता तो कटिंग करके मैं कितनी की आता है, वो कटिंग करके आता जी ये काम 5 दिन के पूरा हो जाएगा, ये तीनों मिलके करन, तीनों मिलके करन। ठीक है जी, सो यहो जिहा क्वेश्चन जो आ गया तुसीं कर सकते हैं। बाकी यही मैथड तुहाडा हरेक क्वेश्चन मतलब 90% ऑफ इस चैप्टर का इसी मैथड नाल ही करांगे। 99% ही मैं कह देना एक फॉर्मूला एंड में आता है, वो लास्ट दे देखांगे, क्योंकि वो लास्ट के कुछ क्वेश्चन होंगे ने जैसे मैन वूमन ते चिल्ड्रन की गल की होंगी है, वो एक फॉर्मूला लगता है। सो बाकी उन्होंने देख लांगे, बाकी सारा चैप्टर तुसीं देखोगे आप इसी चीज़ ना करते आवांगे इस चैप्टर में। ठीक है जी, हुण आप थोड़े जिहे क्वेश्चन भी देख लेंगे जी अगे। ये मैं क्वेश्चन ना पंजाबी इवन कि मैं तुहाडे लिए कंटेंट पूरा तैयार करके रखा है, पूरे पंजाबी दे क्वेश्चन ने मेरे को। ठीक है जी, ए किसी काम नूं 2 घंटे विच कर लैंदा है, बी उसी काम नूं
ਕੰਮ ਦਾ 3 ਗੁਣਾ ਕੰਮ 8 ਘੰਟੇ ਵਿੱਚ ਅਤੇ ਸੀ ਉਹੀ ਕੰਮ 8 ਘੰਟੇ ਵਿੱਚ ਕਰਦਾ ਹੈ। ਇਕੱਠੇ ਕਦੋਂ ਇਹ ਟੁਗੇਦਰ मतलब ਪੁੱਛ ਰਹੇ ਟੁਗੇਦਰ ਜੇ ਕਰਨ ਤਿੰਨੋਂ ਮਿਲ ਕੇ ਕਰਨ ਤਾਂ ਕੰਮ ਕਿੰਨੇ ਦਿਨ ਚ ਕਰ ਦਾਂਗੇ। ਟੁਗੇਦਰ ਤਿੰਨੋਂ ABC ਮਿਲ ਕੇ ਕਰਨ ਜੇ ਤੇ ਉਹ ਪਹਿਲੀ ਗੱਲ ਤਾਂ ਹੁੰਦੀ ਹੈ ਲੈਂਗੁਏਜ ਪੜ੍ਹਨਾ। ਜਿੰਨੀ ਵੀ ਅਰਥਮੈਟਿਕ ਹੈ ਨਾ ਸਾਰੀ ਲੈਂਗੁਏਜ ਦੀ ਖੇਡ ਹੈ। ਕਹਿੰਦਾ ਇਹ ਕਿਸੇ ਕੰਮ ਨੂੰ 2 ਘੰਟੇ ਵਿੱਚ ਕਰਦਾ ਜੀ, ਠੀਕ ਹੈ ਜੀ। ਇਹ ਕਿਸੇ ਕੰਮ ਨੂੰ 2 ਘੰਟੇ ਚ ਕਰਦਾ, ਬਸ ਠੀਕ ਹੈ ਲਿਖੀ ਜੋ। ਇਹ ਕਿਸੇ ਕੰਮ ਨੂੰ 2 ਘੰਟੇ ਚ ਕਰ ਰਿਹਾ, ਠੀਕ ਹੈ, 2 ਆਵਰ ਚ ਕਰ ਰਿਹਾ। ਵੀ ਉਸੇ ਕੰਮ ਨੂੰ ਜਦ ਇਹ 3 ਗੁਣਾ ਵੀ ਉਸੇ ਕੰਮ ਦਾ 3 ਗੁਣਾ ਯਾਨੀ ਇਹ ਜਿਹੜਾ ਕੰਮ ਕਰ ਰਿਹਾ ਇਹਦਾ 3 ਗੁਣਾ ਕੰਮ 8 ਘੰਟੇ ਚ ਕਰਦਾ ਹੈ, ਠੀਕ ਹੈ ਜੀ। ਇੱਕ ਗੱਲ ਦੇਖੋ, ਜੇ ਇਹ ਇੱਕ ਕੰਮ ਕਰ ਰਿਹਾ ਹੋਏਗਾ ਇਹਦਾ 3 ਗੁਣਾ ਕੰਮ 8 ਘੰਟੇ ਚ ਕਰ ਰਿਹਾ ਯਾਨੀ ਇਹਦਾ ਅਗਰ ਇਹ 1 ਗੁਣਾ ਕੰਮ ਕਰ ਰਿਹਾ ਇਹਦਾ 3 ਗੁਣਾ ਕੰਮ ਯਾਨੀ 3 ਗੁਣਾ ਕੰਮ 3x 3 ਗੁਣਾ ਕੰਮ 3 ਗੁਣਾ ਕੰਮ मतलब ਆਪਾਂ ਇਹ ਕਹਿੰਦੇ 3x कह लो यानी कि कह लो अगर एक काम कर रहा है तो मतलब 3 ਕੰਮ ਕਰ ਰਿਹਾ। 3 ਕੰਮ ਕਿੰਨੇ ਟਾਈਮ ਚ ਕਰ ਰਿਹਾ ਜੀ 8 ਦਿਨ ਦੇ ਵਿੱਚ, ਠੀਕ ਹੈ ਜੀ। 3 ਕੰਮ 8 ਦਿਨ ਚ ਕਰ ਰਿਹਾ ਤਾਂ ਇੱਕ ਕੰਮ ਕਿੰਨੇ ਦਿਨ ਚ ਕਰੇਗਾ? ਬਿਕੋਜ਼ ਆਪਾਂ ਤਾਂ ਇੱਕ ਤੇ ਪਹੁੰਚਣਾ ਨਾ। ਆਪਾਂ ਨੂੰ A ਨੂੰ ਕੀ ਮੰਨਿਆ? ਆਪਾਂ A ਨੂੰ ਮੰਨਿਆ A ਇੱਕ ਕੰਮ 2 ਘੰਟੇ ਚ ਕਰਦਾ ਹੈ। ਇਹ ਕਹਿੰਦਾ B 3 ਕੰਮ 8 ਦਿਨ ਚ ਕਰਦਾ ਹੈ। B ਨੂੰ ਇੱਕ ਚ ਲੈਣਾ ਪੈਣਾ। B 3 ਕੰਮ 8 ਦਿਨ ਚ ਕਰ ਰਿਹਾ, ਇੱਕ ਕੰਮ ਕਿੰਨੇ ਦਿਨ ਚ ਕਰੇਗਾ? ਅਗਰ 3 8 ਦਿਨ ਚ ਕਰ ਰਿਹਾ ਤਾਂ ਇੱਕ ਕੰਮ ਕਰੇਗਾ ਜੀ 8/3 ਦਿਨ ਦੇ ਵਿੱਚ। ਇਹ ਆ ਗਿਆ ਆਪਣੇ ਕੋਲ B ਦਾ 1 ਦਿਨ ਦਾ ਕੰਮ, A ਦਾ 1 ਦਿਨ ਦਾ ਕੰਮ। ਇਹ मतलब ਆਪਾਂ ਕੋਲ ਆ ਗਿਆ A ਦਾ ਇੱਕ ਕੰਮ 2 ਘੰਟੇ ਦੇ ਵਿੱਚ, B ਦਾ ਇੱਕ ਕੰਮ 8/3 ਘੰਟੇ ਚ। B ਦਾ ਇੱਕ ਕੰਮ 8/3 ਘੰਟੇ ਚ, ਠੀਕ ਹੈ ਜੀ। ਬਿਕੋਜ਼ 3 ਕੰਮ ਨਹੀਂ ਚਾਹੀਦੇ ਆਪਾਂ ਨੂੰ, ਉਹਨੇ 3 ਗੁਣਾ ਕੰਮ ਕਿਹਾ, ਆਪਾਂ ਨੂੰ 1 ਗੁਣਾ ਕੰਮ ਹੀ ਚਾਹੀਦਾ ਬਸ ਉਰੇ, ਠੀਕ ਹੈ ਜੀ। ਤੇ ਕਹਿੰਦਾ C ਉਹੀ ਕੰਮ ਨੂੰ 8 ਘੰਟੇ ਵਿੱਚ ਕਰਦਾ ਹੈ। C ਉਹੀ ਕੰਮ ਨੂੰ 8 ਘੰਟੇ ਵਿੱਚ ਕਰਦਾ ਜੀ, ਠੀਕ ਹੈ ਜੀ। ਹੁਣ ਆਪਣੇ ਕੋਲ ਆ ਗਿਆ ਜੀ, ਆਪਾਂ ਲੈਣਾ ਹੁਣ ਇੱਥੇ ਐਲਸੀਐਮ ਕਿਵੇਂ ਲਈਏ? ਜਵਾਕ ਇੱਥੇ ਕਈ ਵਾਰੀ ਹੋ ਜਾਂਦਾ ਕਨਫਿਊਜ਼ ਵੀ ਇਹਦਾ ਐਲਸੀਐਮ ਲੈਣਾ ਔਖਾ ਲੱਗਦਾ ਸਾਨੂੰ। ਦੇਖੋ ਜਦੋਂ ਆਪਾਂ ਲੈਣਾ ਹੋਵੇ ਤਾਂ ਐਲਸੀਐਮ, ਫਿਰ ਇਹਦੇ ਚ ਹੁਣ ਚੱਕਰ ਆ ਜਾਂਦਾ ਵੱਡਾ ਵਾਲਾ ਪਹਾੜਾ ਵੀ ਨਹੀਂ ਪੜ ਸਕਦੇ, ਫਿਰ ਕਰੀਏ ਕੀ? ਜਾਂ ਫਿਰ ਜਿਹਨੂੰ ਆਪਾਂ ਜਿਹਨੂੰ ਉਹ ਕਰਦੇ ਹਾਂ ਡਿਵਾਈਡ ਕਰਦੇ ਹਾਂ ਤਾਂ ਆਪਣੇ ਕੋਲ ਬੇਸਿਕਲੀ ਉਹ ਆ ਜਾਂਦਾ ਹੈ ਪੁਆਇੰਟਾਂ ਚ ਆਨਸਰ ਆ ਜਾਂਦਾ। ਤਾਂ ਪੁਆਇੰਟਾਂ ਚ ਕਰੀਏ ਕੀ ਇਹਦਾ? ਸੋ ਇਹਦਾ ਹੱਲ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ ਇਹਦਾ ਹੱਲ ਇਹ ਹੈ, ਤੁਸੀਂ ਇਹਨੂੰ ਕੀ ਕਰ ਸਕਦੇ ਹੋ, ਕੀ ਕਰੋ ਉੱਪਰਲੇ ਨੰਬਰ ਦਾ ਐਲਸੀਐਮ ਲੈ ਲਓ। 2 8 8 ਦਾ ਐਲਸੀਐਮ ਲੈ ਲਓ। ਉੱਪਰਲੇ ਨੰਬਰ ਦਾ ਐਲਸੀਐਮ ਲੈ ਲਓ। ਉੱਪਰਲੇ ਨੰਬਰ ਦਾ ਐਲਸੀਐਮ ਕੀ ਆਇਆ? 8 ਆਇਆ। ਅਗਰ 8 ਐਲਸੀਐਮ ਆਇਆ, ਦੇਖੋ ਸਿੰਪਲ ਜੀ ਗੱਲ ਹੈ। ਇਹ 2 ਘੰਟੇ ਚ 8 ਕੰਮ ਕਰਦਾ ਹੈ। ਇਹ 2 ਘੰਟੇ ਚ 8 ਕੰਮ ਕਰਦਾ ਹੈ। ਇਹ ਕੀ ਸੀਗਾ? ਟੋਟਲ ਵਰਕ ਸੀਗਾ ਨਾ। ਸਟਾਰਟਿੰਗ ਤੋਂ ਆਪਾਂ ਇਸ ਨੂੰ ਟੋਟਲ ਵਰਕ ਮੰਨਦੇ ਆ ਰਹੇ ਨਾ। ਤਾਂ ਇਹ 2 ਘੰਟੇ ਵਿੱਚ 8 ਕੰਮ ਕਰ ਲੈਂਦਾ। 2 ਘੰਟੇ ਵਿੱਚ 8 ਕੰਮ ਕਰ ਲੈਂਦਾ ਯਾਨੀ ਕਿ ਇੱਕ मतलब ਇਹ 2 ਘੰਟੇ ਚ 8 ਕੰਮ ਕਰ ਲੈਂਦਾ ਤਾਂ ਫਾਈਂਡ ਕਰਨਾ 1 ਘੰਟੇ ਵਿੱਚ ਕਿੰਨਾ ਕੰਮ ਕਰਦੇ ਆ। ਦੇਖੋ ਪਹਿਲਾ ਸੀਗਾ ਦਿਨ ਵਾਲਾ ਕੁਐਸਚਨ। ਜੇ ਆਪਾਂ ਕੋਲ ਦਿਨ ਵਾਲਾ ਕੁਐਸਚਨ ਹੁੰਦਾ ਆਪਾਂ ਕੀ ਕਰਦੇ ਹੁੰਦੇ ਸੀਗੇ? ਇੱਕ ਦਿਨ ਦੇ ਵਿੱਚ, ਇੱਕ 1 ਡੇ ਦੇ ਵਿੱਚ। ਜੇ ਹੁਣ ਉਹਨਾਂ ਨੇ ਕਹਿੰਦਾ ਘੰਟਿਆਂ ਵਿੱਚ ਤਾਂ ਆਪਾਂ ਕਹਾਂਗੇ 1 ਆਵਰ ਦੇ ਵਿੱਚ। 1 ਆਵਰ ਦਾ ਕੰਮ ਚਾਹੀਦਾ ਆਪਾਂ ਨੂੰ। 8 ਕੰਮ ਕਰਦਾ 2 ਘੰਟੇ ਦੇ ਵਿੱਚ ਯਾਨੀ 1 ਘੰਟੇ 'ਚ ਕਿੰਨਾ ਕੰਮ ਕਰਦਾ ਹੋਊਗਾ? 1 ਘੰਟੇ 'ਚ ਕਰਦਾ ਹੋਊਗਾ 4 ਕੰਮ, ਠੀਕ ਹੈ ਜੀ। ਹੁਣ ਇੱਧਰ ਵੀ ਦੇਖ ਲੈਂਦੇ ਸੇਮ ਇਸੇ ਤਰੀਕੇ ਨਾਲ 8 ਕੰਮ ਕਰਦਾ ਉਹ ਆਪਣਾ 8/3 ਆਵਰ ਦੇ ਵਿੱਚ। ਸੋ 8 ਕੰਮ 8/3 ਦੇ ਵਿੱਚ ਜਿਹੜਾ 3 ਹੈ, ਜਿਹੜਾ 8/3 ਹੈ ਨਾ, 3 ਕੱਟ ਕੇ ਨਾ 3 ਇੱਥੋਂ ਦੀ ਉੱਪਰ ਚਲਾ ਜਾਂਦਾ ਹੁੰਦਾ। ਜਦੋਂ ਆਪਣੇ ਕੋਲ ਐਵੇਂ ਫ੍ਰੈਕਸ਼ਨ ਵਿੱਚ ਵੈਲਿਊ ਹੋਵੇ ਨਾ ਤਾਂ ਜਿਹੜਾ 3 ਹੈ ਇਹ 3 ਉੱਪਰ ਜਾ ਕੇ ਮਲਟੀਪਲਾਈ ਹੋ ਜਾਂਦਾ ਹੁੰਦਾ। ਤਾਂ ਉੱਪਰ ਜਾ ਕੇ ਇੱਧਰ ਹੋ ਗਿਆ ਮਲਟੀਪਲਾਈ 3 ਦੀ। 8 ਤੇ 8 ਕੱਟ ਗਿਆ, ਆਪਣੇ ਕੋਲ ਆ ਗਿਆ 3 ਯਾਨੀ ਇਹ 1 ਘੰਟੇ ਵਿੱਚ 3 ਕੰਮ ਕਰਦਾ, ਠੀਕ ਹੈ ਜੀ। ਇਸੇ ਕਰਕੇ ਮੈਂ ਕਿਹਾ ਸੀ ਸਿਰਫ ਉੱਪਰ ਵਾਲੇ ਦਾ ਐਲਸੀਐਮ ਲੈ ਲਓ, ਥੱਲੇ ਵਾਲੇ ਨੂੰ ਇਗਨੋਰ ਕਰ ਸਕਦੇ ਹੋ, ਥੱਲੇ ਵਾਲੇ ਘਟ ਜਾਂਦੀ ਵੈਲਿਊ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਅਗਲਾ। जब करिए कहना 8 घंटे में 8 काम करता है यानी कि 1 घंटे में 1 काम करता होगा, ठीक है जी। अपने वैल्यू आ गई। टोटल काम हैगा जी 8 काम टोटल है। टोटल वर्क हैगा 8 जी। अगर तिना मिल के कराइए 4 3 7 तो 1 8 8/8 यानी कि तिना काम करने 1 घंटा लगेगा। जो तीनों इकट्ठे काम करते हैं एंड में मैंने किया है टोटल वर्क जिन्ना टोटल वर्क सीगा तो तिना का 1 डे वर्क, ਤਿੰਨਾਂ ਦਾ 1 ਡੇ ਜਿਹੜਾ ਵਰਕ ਹੈ ਉਹਨੂੰ ਡਿਵਾਈਡ ਕੀਤਾ। ਆਪਾਂ ਨੂੰ ਪਤਾ ਲੱਗ ਗਿਆ ਵੀ ਅਗਰ ਉਹ ਤਿੰਨੋਂ ਇਕੱਠੇ ਮਿਲ ਕੇ ਕੰਮ ਕਰਨਗੇ ਤਾਂ 1 ਘੰਟਾ ਲਾਣਗੇ, ਸਾਰਾ ਕੰਮ ਪੂਰਾ ਕਰ ਦੇਣਗੇ 1 ਘੰਟੇ ਦੇ ਵਿੱਚ। ਕਲੀਅਰ ਹੈ ਜੀ। ਸੋ ਤੁਹਾਨੂੰ ਅਗਰ ਇਹੋ ਜਿਹੀ ਕਦੀ ਵੈਲਿਊ ਆ ਜਾਂਦੀ ਹੈ ਅੱਗੇ, ਠੀਕ ਹੈ ਨਾ, ਐਗਜ਼ਾਮੀਨਰ ਇੱਥੇ ਹੀ ਕਨਫਿਊਜ਼ ਕਰ ਸਕਦਾ, ਹੋਰ ਕਿਤੇ ਨਹੀਂ ਕਰ ਸਕਦਾ, ਠੀਕ ਹੈ ਨਾ। ਤੁਹਾਨੂੰ ਇਸੀ ਕੁਐਸਚਨ ਦੇ ਦਾਇਰੇ 'ਚ ਕਨਫਿਊਜ਼ ਕੀਤਾ ਜਾ ਸਕਦਾ, ਠੀਕ ਹੈ ਜੀ। ਅਗਰ ਤੁਹਾਨੂੰ ਇਹੋ ਜਿਹੀ ਵੈਲਿਊ ਆ ਜਾਂਦੀ ਉੱਪਰ ਐਲਸੀਐਮ ਲਓ, ਸਿੰਪਲੀ ਉਸੇ ਮੈਥਡ ਨਾਲ ਉਸੇ ਤਰੀਕੇ ਨਾਲ ਕਰਨਾ। ਕਲੀਅਰ ਹੈ ਜੀ। ਸੋ ਮੈਂ ਇਹ ਨਹੀਂ ਕੋਈ ਟਾਈਪ ਛੱਡਾਂਗਾ, ਮੈਂ ਕੋਸ਼ਿਸ਼ ਕਰਾਂਗਾ ਵੱਧ ਤੋਂ ਵੱਧ ਟਾਈਪਸ, ਵੱਧ ਤੋਂ ਵੱਧ ਕੁਐਸਚਨਸ
ठीक है, हो सकन। अच्छा ਜਿਹੜਾ अच्छा ये भी गल है जे थोड़ी जी मेरी किते पंजाबी च मिस्टेक लगदी है, ठीक है, ਉਹਦੇ ਕਰਕੇ मैं पहले सॉरी कह देना, बिकॉज दूजे पहले नंबर ते बहुत सारा कंटेंट ना इंग्लिश ਦੇ ਵਿੱਚ ਹੀ ਹੁੰਦਾ है, बहुत सारा कंटेंट जे ਆਪਾਂ कह दईए ਤੁਹਾਡੇ तक लिया जाता है, किसी मेन तरीके लिया जाता है, फिर किते मिस्टेक लगती है, ठीक है, मैनू कन्वे कर दिया करना कॉल ते, जे कुछ लगता है मैं तुहानू उत्थे सॉल्व कर दिया करांगा, ठीक है जी। बाकी थोड़ा जिहा इग्नोर करियो, ठीक है, उसनू तुसीं ट्रांसलेट खुद भी कर सकते हो, बिकॉज अपने पेपर दे विच स्पैलिंग नहीं चेक होने, आंसर चेक होने हैं। बहुत मैं भी कई टीचर्स तो पढ़े हैं जो कि बहुत वड्डे लैवल के सीगे, बट वो खुद भी कहते सी भी यार मेरे तो भी स्पैलिंग मिस्टेक हो जाती है, कई बार इंग्लिश भी हो जाती है, पंजाबी भी हो जाती है। सो ये चीज़ कॉमन है, जो गलती लगी तो मैं दस दो, कन्वे कर दो, ठीक है जी। अगे चलते कहना जी, हाँ देखो कहना ए किसी काम को करता है 20 दिन दे विच, ठीक है जी। बी किसी काम को करता है 5 दिन दे विच, ठीक है जी, ओके। कहना ਜਿਹੜਾ सी है ना, वो सी ਉਹਨਾਂ ही समा ਲੈਂਦਾ ਹੈ ਜਿੰਨਾ ए ਅਤੇ बी इकट्ठे ਲੈਂਦੇ ਹਨ, ठीक है नहीं, इकट्ठे लेंगे नहीं, यानी समझाना तुहानू किवें कह रहा। तो अपन पूछ रहे हैं ए प्लस बी प्लस सी यानी तीनों अगर मिलके काम करन तो किन्ने टाइम दे विच काम पूरा हो जाएगा, आ पूछ रहे जी अपन, ठीक है। दूसरे नंबर पर जिन्होंने क्वेश्चन का लगता है ना, मैं थोड़ा क्वेश्चन लिखने टाइम लगा रहा, थोड़ा जिहा 10 सेकंड तो स्किप कर लिया करो, सीधा क्वेश्चन पढ़ लिया करो, ठीक है। एक बार मैं क्वेश्चन जरूर लिख दिया करना जिससे तुहानू कन्फ्यूजन ना हो। ए करदा 20 दिन च काम, ठीक है जी, ए कर रहा 20 दिन दे विच काम जी, बी कर रहा 5 दिन दे विच काम, ठीक है। कोई भी काम कर रहे हैं इन्हां दिन लिखते जी आप। कहना सी उन्ना ही समा लैंदा है, सी उन्ना ही समा लैंदा जिन्ना ए ते बी इकट्ठे काम करन लैंदे ने, यानी ए ते बी अगर इकट्ठे काम करन तो सी उन्ना ही टाइम लैंदा है जिन्ना ए ते बी इकट्ठे करके लैंदे ने। सो पहला तो आपको ये फाइंड करना पेगा ए प्लस बी प्लस सी तो पहुंचने तो पहला आपको करना पेगा ए प्लस बी कितना टाइम लैंदे ने, तां ही अपने को सी की वैल्यू निकल सकती है, बिकॉज आपको ये दे रखा है ए प्लस बी जिन्ने टाइम काम करते हैं वही वैल्यू बराबर है सी दे। कहना जिन्ना ए प्लस बी लैंदे ने उन्ना ही सी लैंदा टाइम, जिन्ना दोनों इकट्ठे करके लैंदे ने उन्ना सी लैंदा टाइम, ठीक है जी। फाइंड करते हैं पहला ए प्लस बी का ही करते हैं, वही गल जी एलसीएम ले लो। वड्डा नंबर की है वी एक दा वी, तो वी एक दा वी इत्थे भी कटदा इस भी कटदा, तो वी ही हो गया इन्हां दा एलसीएम, यानी कि टोटल वर्क 20 हो गया। ए अगर 20 काम लई 20 दिन लै रहा एक दिन 'ਚ काम कर रहा है, अगर ये 20 काम नूं 5 दिन दे विच कर रहा तो एक दिन 'ਚ 4 काम कर रहा है जी, ठीक है जी। ये तो मैं करना सिखा ही देता। सो तुहानूं पता लग गया अगर दोनों मिलकर काम करन तो 20 काम नूं 4 + 1 5 दिन 5 रोज़ का 5 काम करके कर करके 4 दिन दे विच काम पूरा, या 4 दिन दे विच काम पूरा कर देंगे, ठीक है। 4 दिन दे विच काम पूरा कर देंगे, ए प्लस बी 4 दिन दे विच काम पूरा कर देंगे, ठीक है जी। अगर ए प्लस बी 4 दिन काम पूरा कर रहे हैं, अपन उन्हें की किया ए प्लस बी प्लस सी की वैल्यू चाहिए है जी। सिंपल जी गल अपने को वैल्यू निकल आई ए प्लस बी की, अगर ए प्लस बी की वैल्यू 4 दिन आई है तो सी की वैल्यू की आएगी, सी की वैल्यू निकल गई 4 दिन, यानी सी कला भी 4 दिन च काम पूरा कर रहा होगा। देखो हुण देखो ए की वैल्यू हैगी है, ए की वैल्यू कितनी है 20 दिन, बी की वैल्यू हैगी है जी, बी की वैल्यू हैगी 5 दिन, तो आप सी की वैल्यू कट ली ए प्लस बी का इकट्ठा काम करा के, हुण तिन्नां दी वैल्यू आ गई जी। सेम गल तिन्नां दा एलसीएम ले लो, वही देखो वड्डा नंबर तिन्नां ते कट रहा है तो 20 ही हो गया एलसीएम। अगर 20 एलसीएम हो गया, एक काम कर रहा होगा, ये 4 काम कर रहा है एक दिन दे विच, ये 5 काम कर रहा है एक दिन दे विच। हुण कहंदे जे तिन्नां नूं इकट्ठे काम कराइए, देखो टोटल वर्क कितना है 20 काम है टोटल, तीनों इकट्ठे मिलके एक काम ये करेगा, 4 काम ये करेगा, 5 काम हो गया, 5 काम ये करेगा, यानी टोटल 10 काम हो गया। तीनों मिलकर 10 काम करनगे, कटिंग करिए तो फिर तीनों मिलकर काम करन तो 2 दिन दे विच काम पूरा हो जाएगा, 2 दिन दे विच सारा काम पूरा हो जाएगा। क्लियर है जी। जिथे कितने भी डाउट लग गया, ठीक है, जिथे कितने भी डाउट लग गया मैं तो पूछ लेना, कभी भी पूछ लेना, कमेंट सेक्शन में पूछ लेना, नहीं तो मैं तुहानूं नंबर दे देना, उस पर मैंने कॉल कर लेना, कोई इशू नहीं। इस नंबर पर कभी भी कॉल कर लेना, मैं ऊपर लिख देना, कभी भी कोई भी डाउट, एनी डाउट, इस चैप्टर तो नहीं किसी भी चैप्टर तो, मैथ का कोई भी डाउट लग गया तो किसी भी टाइम भेज सकते हैं, ठीक है नहीं, किसी भी टाइम भेज सकते हैं। आगे देखते हैं, कहना ए किसी काम 10 दिन कर रहे हैं, बी किसी काम 12 दिन कर रहे हैं, ठीक है जी।
ਇਹ ਟਾਈਪ ਬਹੁਤ ਵਧੀਆ ਟਾਈਪ ਹੈ ਜਿਹਨੂੰ ਮੈਂ ਕਹੂੰਗਾ ਤੇ ਪੇਪਰ ਤੋਂ ਪੁੱਛਿਆ ਵਾਲਾ ਕੁਐਸਚਨ ਹੈ। ਕਹਿੰਦਾ ਏ ਬੀ ਨੇ ਇਕੱਠੇ ਕੰਮ ਸ਼ੁਰੂ ਕੀਤਾ। ਏ ਅਤੇ ਬੀ ਨੇ ਇਕੱਠੇ ਕੰਮ ਸ਼ੁਰੂ ਕੀਤਾ ਅਤੇ 3 ਦਿਨ ਬਾਅਦ ਇਹ ਕੰਮ ਛੱਡ ਗਿਆ। ਇਹ ਨੇ ਇਕੱਲਾ 3 ਦਿਨ ਕੰਮ ਕੀਤਾ ਸਟਾਰਟਿੰਗ ਤੋਂ, ਠੀਕ ਹੈ ਜੀ। ਫਿਰ ਦੱਸੋ ਬਚਿਆ ਕੰਮ ਕਿੰਨੇ ਦਿਨ ਚ ਪੂਰਾ ਹੋਏਗਾ? ਬਚਿਆ ਕੰਮ ਬੀ ਦੁਆਰਾ ਬਚਿਆ ਕੰਮ ਬੀ ਕਿੰਨੇ ਦਿਨ ਵਿੱਚ ਪੂਰਾ ਕਰੇਗਾ? ਕਿੰਨੇ ਦਿਨ ਵਿੱਚ ਕਰੇਗਾ, ਠੀਕ ਹੈ। ਤੁਹਾਨੂੰ ਹਰ ਇੱਕ ਟਾਈਪ ਕਵਰ ਕਰਾਇਆ ਜਾਏਗਾ, ਸੋ ਟੈਨਸ਼ਨ ਨਾ ਲੈਣਾ। ਇਹ ਟਾਈਪ ਪੇਪਰ ਦਾ ਟਾਈਪ ਹੈ, ਠੀਕ ਹੈ ਨਾ। ਇੱਥੋਂ ਦੀ ਪੇਪਰ ਦਾ ਟਾਈਪ ਸ਼ੁਰੂ ਹੋ ਜਾਂਦਾ। ਪਿੱਛੇ ਸੀਗਾ ਉਹ ਕਨਸੈਪਟ ਸੀਗੇ ਤੇ ਕਨਸੈਪਟ ਬਿਲਡਿੰਗ ਸੀਗੀ, ਬਟ ਹੁਣ ਇੱਥੋਂ ਦੀ ਆਪਣਾ ਪੇਪਰ ਦੇ ਟਾਈਪ ਸ਼ੁਰੂ ਹੋ ਜਾਂਦੇ ਨੇ, ਪ੍ਰੋਪਰ ਪੇਪਰ ਦੇ ਕੁਐਸਚਨ ਸ਼ੁਰੂ ਹੋ ਜਾਣਗੇ। ਤੇ ਇਹ ਨਾ ਸੋਚਿਓ ਵੀ ਮੈਂ ਅਗਰ ਇਹ ਫ੍ਰੀ ਕੰਟੈਂਟ ਪ੍ਰੋਵਾਈਡ ਕਰਾ ਰਿਹਾ ਤਾਂ ਘੱਟ ਕਰਾਊਂਗਾ। ਮੈਂ ਪੂਰੀ ਕਾਪੀ ਦੱਸ ਰਿਹਾ, ਸਿਰਫ ਟਾਈਮ ਐਂਡ ਵਰਕ ਦੀ ਹੀ ਕਾਪੀ ਹੈ ਪੂਰੀ, ਸਾਰੀ ਪੰਜਾਬੀ ਦੇ ਵਿੱਚ ਹੈ। ਸਾਰੀ ਕਾਪੀ ਪੰਜਾਬੀ ਦੇ ਵਿੱਚ ਹੈ, ਸਾਰੀ ਕੱਲੀ ਚੀਜ਼ ਮਤਲਬ ਉਸ ਅਕੋਰਡਿੰਗ ਲਿਖੀ ਗਈ ਹੈ ਜੋ ਤੁਹਾਡੇ ਪੇਪਰ ਦੇ ਵਿੱਚ ਆ ਸਕਦੀ ਹੈ। ਸੋ ਇੱਥੋਂ ਦੀ ਯਾਨੀ ਕਿ ਜਿਹੜਾ ਬੱਚਾ ਬਿਲਕੁਲ ਜ਼ੀਰੋ ਤੋਂ ਸਟਾਰਟ ਕਰ ਰਿਹਾ ਉਸ ਨੂੰ ਇੱਥੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। ਬਸ ਸਭ ਨੂੰ ਨਾਲ ਲੈ ਕੇ ਚੱਲਾਂਗੇ। ਕੀ ਕਹਿ ਰਿਹਾ ਕੁਐਸਚਨ ਦੇਖੋ, ਕਹਿੰਦਾ ਇਹ 10 ਦਿਨ 'ਚ ਕੰਮ ਪੂਰਾ ਕਰਦਾ ਹੈ, B 12 ਦਿਨ 'ਚ ਕਰਦਾ ਹੈ। ਏ ਅਤੇ ਬੀ ਨੇ ਇਕੱਠੇ ਕੰਮ ਸ਼ੁਰੂ ਕੀਤਾ, 3 ਦਿਨ ਬਾਅਦ ਇਹ ਚਲਾ ਗਿਆ। यानी कि 3 दिन दोनों ने इकट्ठे काम किया तो फिर 3 दिन बाद ए चला गया। बचिया काम बी ने कितने दिनों में पूरा करेगा बचिया काम, ठीक है जी। पहला तो वही करना है, ए तो बी को लिखो जी। एक मिनट मैं मार्कर चेंज कर लेना। कहते जी ए तो बी दो बंदे ने, एक पास ए जी एक पास बी है, ठीक है जी। ये 10 दिन काम करता, बी 12 दिन करता। सेम गल एलसीएम लेना पऊगा अपन। ਜੇ ਆਪਾਂ ਦੇਖੀਏ 12 ਦਾ ਟੇਬਲ, 12 ਇੱਕ ਦਾ 12 ਨਹੀਂ ਕੱਟ ਰਿਹਾ, 24 ਨਹੀਂ ਕੱਟ ਰਿਹਾ। ਦੇਖਿਆ ਜਾਵੇ ਤਾਂ 24 ਤੋਂ ਬਾਅਦ ਆਪਣਾ ਆਉਂਦਾ 36 ਨਹੀਂ ਕੱਟ ਰਿਹਾ। ਇਨ ਦਾ ਜੇ ਮੈਂ ਦੇਖਾਂ, ਤੁਸੀਂ ਇਸ ਚੀਜ਼ ਨੂੰ ਹੁਣ ਥੋੜਾ ਜਿਹਾ ਅਡੈਪਟ ਕਰਨਾ ਸ਼ੁਰੂ ਕਰ ਦੇਣਾ। ਮੈਨੂੰ ਸਿੱਧਾ ਮੈਨੂੰ ਪਤਾ ਲੱਗ ਰਿਹਾ ਵੀ 12 ਜਿਹੜਾ 5 ਦਾ 60 ਹੁੰਦਾ, 60 ਕੱਟ ਰਿਹਾ। 60 ਲੈ ਲਿਆ ਜੀ ਆਪਾਂ, ਐਲਸੀਐਮ ਹੈਗਾ 60। ਅਗਰ 60 ਐਲਸੀਐਮ ਹੈ ਤਾਂ ਇੱਕ ਦਿਨ ਦੇ ਵਿੱਚ ਇਹ 5 ਕੰਮ ਕਰ ਰਿਹਾ ਹੋਏਗਾ, ਬੀ 5 ਕੰਮ ਕਰ ਰਿਹਾ ਹੋਏਗਾ, ਤੇ ਇੱਕ ਦਿਨ ਦੇ ਵਿੱਚ ਇਹ ਜਿਹੜਾ 6 ਕੰਮ ਕਰ ਰਿਹਾ ਹੋਏਗਾ। ਇਹ ਇਹਨਾਂ ਦਾ 1 ਡੇ ਵਰਕ ਆ ਗਿਆ। सारे क्वेश्चन 1 डे वर्क नाल ही निकलेंगे। देखो हुण आपां नूं इन्ना पता है काम कितने टोटल 60 काम टोटल है, ये टोटल वर्क है 60 काम टोटल है। 60 काम कराना आपां। पहला तो ए ते बी इकट्ठे शुरू होए, ए प्लस बी इकट्ठे काम शुरू किया जी दोनों ने, तो कितने दिन काम किया? 3 दिन बाद ए छड़ गया, यानी ए ते बी ने 3 दिन काम किया जी। एक दिन कितना काम करता 6, बी कितना करता जी 5, यानी 3 दिन दे विच ए कितना काम कर लेगा 3 × 6, तो बी कितना काम कर लेगा 3 × 5। यही काम करनगे। जे एक दिन 6 काम करता 3 दिन 18 काम हो जाएगा, ए दा बी दा हो जाएगा अपने को 15 काम। तो इन्ना काम दोनों ने 3 दिन कर लिया सी। उस तो बाद ए गया, पहला तो इन्ना पता अपन इन्ना काम कर लिया सीगा। अगर इन्ना काम हो गया सी तो कितना काम हो गया जी 18 + 15 गल करिए तो 33 काम हो गया। एक मैं देख ला विजिबल है तुहानू? हाँ जी विजिबल है, ठीक है। तो 33 काम पूरे 3 दिन पूरा हो चुका है। 3 दिन 33 काम पूरा हो चुका है। अगर 33 काम पूरा हो चुका है 60 जो आप गल करिए 33 काम हो चुका है 3 दिन कितना काम रह गया 27 काम रह गया। इस तो बाद कहते ए चला गया, कौन रह गया कला बी रह गया जी। ये जा चुका है, ये नहीं है हुण कला बी भी काम करो जिन्ना काम रह गया। काम कितना रह गया? काम रह गया 27 जी, 27 काम रह गया। इन्ना काम रह गया। हुण इन्ना काम करन लई बी कितने एक दिन कितना काम करता है? बी करता है 5 काम। बी एक दिन 5 काम करता है, 27 काम करने में कितना टाइम लगेगा? 27/5 आ गया वर्क। जिन्ना वर्क बी ने करना है ये आ गया उसका 1 डे वर्क, भी एक दिन कितना करता है, तो जो अपने को आ जाए भी वो कितने डेज लगाएगा। ठीक है ना, कन्फ्यूज ना होना इस चीज़। देखो 27 काम बच गया, 33 काम पहला हो चुका सी ए ते बी द्वारा, उस तो बाद ए चला गया, कला बी रह गया। 27 काम, ठीक है 27 काम बच गया। 60 चो 27 काम बच गया। ये 27 काम कौन करूगा? हुण कला करूगा बी करता एक दिन 5 काम। तेनों करने कितना टाइम लगेगा? देखो अगर मैं देखा तो 5.4 आ रहा है,
ਤੁਸੀਂ ਇਸ ਨੂੰ ਕੱਢ ਲਿਓ, ਠੀਕ ਹੈ। 5.4 ਹੀ ਆਨਸਰ ਆ ਰਿਹਾ। 5.4 ਦਿਨ ਲੱਗਣਗੇ B ਨੂੰ ਕੰਮ ਕਰਨ ਨੂੰ, ਠੀਕ ਹੈ, ਜਿਹੜਾ ਬਚਿਆ ਕੰਮ। ਹੁਣ ਇਹ ਤੁਹਾਨੂੰ 2-3 ਤਰੀਕੇ ਕੁਐਸਚਨ ਪੁੱਛਿਆ ਜਾਂਦਾ। ਜੇ ਪੁੱਛਿਆ ਜਾਵੇ ਹੁਣ ਇਸ ਕੁਐਸਚਨ ਪੁੱਛਿਆ ਬਚਿਆ ਕੰਮ ਕਿੰਨੇ ਦਿਨ ਚ ਕਰੂਗਾ, ਤਾਂ ਆ ਗਿਆ 5.4 ਦਿਨ ਦੇ ਵਿੱਚ, ਠੀਕ ਹੈ ਜੀ। ਜੇ ਮੈਂ ਕਹਿੰਦਾ ਸਾਰਾ ਕੰਮ ਕਿੰਨੇ ਟਾਈਮ ਦੇ ਵਿੱਚ ਹੋਇਆ, 3 ਦਿਨ ਤਾਂ ਉਰੇ ਲੱਗੇ ਜੀ, 5.4 ਉਰੇ ਲੱਗੇ, ਤਾਂ ਫਿਰ ਕੀ ਆਨਸਰ ਹੋ ਗਿਆ, ਫਿਰ ਆ ਗਿਆ ਸਾਰਾ ਕੰਮ ਜਿਹੜਾ ਹੋਇਆ, ਸਾਰਾ ਕੰਮ ਜਿਹੜਾ ਹੋਇਆ ਉਹ ਹੋਇਆ ਆਪਣੇ ਕੋਲ 8.4 ਦਿਨ ਦੇ ਵਿੱਚ, ਠੀਕ ਹੈ। 2 ਤਰੀਕੇ ਕੁਐਸਚਨ ਪੁੱਛ ਸਕਦਾ, ਇਹ 2 ਤਰੀਕਿਆਂ ਨਾਲ ਹੀ ਇਹਦਾ ਆਨਸਰ ਦਿੱਤਾ ਜਾ ਸਕਦਾ। ਜੇ ਤੁਹਾਨੂੰ ਪਹਿਲਾ ਤਰੀਕਾ ਪੁੱਛਿਆ ਤੁਸੀਂ ਫਸਟ ਤਰੀਕੇ ਨਾਲ ਆਨਸਰ ਦੋਗੇ, ਜੇ ਦੂਜਾ ਤਰੀਕਾ ਪੁੱਛਿਆ ਦੂਜੇ ਤਰੀਕੇ ਨਾਲ ਆਨਸਰ ਦੋਗੇ, ਠੀਕ ਹੈ। ਬਿਲਕੁਲ ਬੇਸਿਕ ਤੋਂ ਚੱਲ ਰਿਹਾ ਮੈਂ, ਤੁਸੀਂ ਆਪ ਦੇਖੋ, ਬਿਲਕੁਲ ਬੇਸਿਕ ਤੋਂ ਲੈ ਕੇ ਉੱਪਰਲੇ ਲੈਵਲ ਤੱਕ ਆਪਾਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਗਰ ਕੋਈ ਵੀ ਡਾਊਟ ਲੱਗਦਾ ਤੁਸੀਂ ਮੈਨੂੰ ਕਿਸੇ ਵੀ ਟਾਈਮ ਪੁੱਛ ਸਕਦੇ ਹੋ, ਠੀਕ ਹੈ। ਪੇਪਰ ਵੀ ਚੈੱਕ ਕਰ ਲਿਓ, ਮੈਂ ਨਹੀਂ ਕਹਿੰਦਾ, ਪੇਪਰਸ ਵੀ ਚੈੱਕ ਕਰ ਲਿਓ, ਇਹੋ ਜਿਹੇ ਹੀ ਕੁਐਸਚਨ ਆਉਂਦੇ ਨੇ, ਕੋਈ ਐਵੇਂ ਨਹੀਂ ਹੈ ਵੀ ਬਹੁਤ ਹਾਈ ਲੈਵਲ ਜਾਂਦਾ, ਬਿਕੋਜ਼ ਐਗਜ਼ਾਮਸ ਈਜ਼ੀ ਲੈਵਲ ਦੇ। ਮੈਥ ਤਾਂ ਵੈਸੇ ਹੀ ਪੰਜਾਬ ਦੇ ਲੈਵਲ ਦੀ ਗੱਲ ਕਰੀਏ, ਪੰਜਾਬ ਦੇ ਪੇਪਰਾਂ ਦੀ ਗੱਲ ਕਰੀਏ, ਇਵਨ ਕਿ ਐਸਐਸਸੀ ਦੀ ਵੀ ਗੱਲ ਕਰੀਏ, ਸੈਂਟਰ ਵੀ ਦੇਖੀਏ, ਐਗਜ਼ਾਮਸ ਦਾ ਲੈਵਲ ਉਹਨਾਂ ਨੇ ਈਜ਼ੀ ਰੱਖਿਆ ਪਿਆ, ਤਾਂ ਹੀ ਕੱਟ ਆਫ ਜਿਹੜੀਆਂ ਵੱਧ ਜਾ ਰਹੀਆਂ ਨੇ, ਠੀਕ ਹੈ ਨਾ। ਸੋ ਤੁਸੀਂ ਇੱਕ ਵੀ ਨੰਬਰ ਇੱਧਰ ਤੋਂ ਉੱਧਰ ਕਰਨਾ ਅਫੋਰਡ ਹੀ ਨਹੀਂ ਕਰ ਸਕਦੇ। ਕੱਟ ਆਫ ਤਾਂ ਵੈਸੇ ਵੀ ਹਾਈ ਜਾਣਗੀਆਂ ਹੀ, ਜੇ ਬੱਚੇ ਪੜ੍ਹਨਗੇ, ਲਿਟਰੇਸੀ ਵੱਧ ਰਹੀ ਹੈ, ਲਿਟਰੇਸੀ, ਠੀਕ ਹੈ, ਜਿੰਨੀ ਵਧੇਗੀ ਉਨਾ ਬੱਚਾ ਗ੍ਰੈਜੂਏਟ, ਪਹਿਲਾਂ ਬੱਚੇ ਗ੍ਰੈਜੂਏਟ ਨਹੀਂ ਹੁੰਦੇ ਸੀ, ਹੁਣ ਗ੍ਰੈਜੂਏਟ ਵੀ ਹੋ ਰਹੇ ਨੇ, ਜ਼ਿਆਦਾ ਤੋਂ ਜ਼ਿਆਦਾ ਬੱਚੇ ਗ੍ਰੈਜੂਏਟ ਹੋ ਰਹੇ ਨੇ। ਇਸ ਕਰਕੇ ਹਰ ਬੱਚਾ ਪੜ੍ਹ ਰਿਹਾ, ਤੁਸੀਂ ਵੀ ਧਿਆਨ ਨਾਲ ਪੜ੍ਹੋ, ਕੋਈ ਦਿੱਕਤ ਆਵੇ ਪੁੱਛ ਸਕਦੇ। ਅੱਗੇ ਦੇਖਦੇ ਹਾਂ। ਓਕੇ, ਅਗਲਾ ਕੁਐਸਚਨ ਦੇਖੋ ਜੀ, ਇਹਦੇ ਨਾਲ ਦਾ ਕੁਐਸਚਨ ਦੱਸਣਾ ਤੁਹਾਨੂੰ ਮੈਂ। ਜਿਵੇਂ A ਕਿਸੇ ਕੰਮ ਨੂੰ ਕਰਦਾ ਜੀ 10 ਡੇਜ਼ ਦੇ ਵਿੱਚ, 10 ਦਿਨ 'ਚ ਕਰਦਾ ਜੀ, ਠੀਕ ਹੈ ਜੀ। B ਕਿਸੇ ਕੰਮ ਨੂੰ ਕਰਦਾ ਜੀ 15 ਡੇਜ਼ ਦੇ ਵਿੱਚ, ਯਾਨੀ 15 ਦਿਨ ਦੇ ਵਿੱਚ ਕਰਦਾ ਜੀ, ਠੀਕ ਹੈ। कहता जी A प्लस B ने काम शुरू किया ते A ने A प्लस B ने काम शुरू किया, A ने 2 दिन बाद काम छड़ दिता, ठीक है जी। A 2 दिन बाद काम छड़ दिता, तो पूछा है जी सारा काम कितने दिन पूरा होएगा, सारा काम कितने दिन विच पूरा होवेगा, ठीक है जी। सो इस क्वेश्चन का मैं आंसर कहा तुम खुद देना, ठीक है। कमेंट सैक्शन खुला तुहाडे कोल, कमेंट सैक्शन दे विच मैनूं आंसर करना, ठीक है। कोशिश करना है सारा काम भी दसो तो ये भी दसो जो बचिया काम B ने कितने दिन से पूरा किया होगा, बचिया काम। दोनों क्वेश्चन का मैंने आंसर कमेंट सैक्शन में देना, ठीक है। लैवल का मैं जो लैवल है क्वेश्चन का ये हौली हौली इसी तरीके बढ़ता जाएगा भी तुम टाइप कराया तो एक क्वेश्चन देता, तो टाइप कराया तो एक क्वेश्चन देता, जिस नाल थानू ये ना लगे कि साडी प्रैक्टिस नहीं हो रही। बिकॉज स्टार्टिंग अगर तुम कॉन्सैप्ट्स आ गए, तुम किसी भी बुक में चक के, ठीक है, अगर तुम किसी भी बुक में चक के जो तुम क्वेश्चन करोगे तो थानू ज़्यादा टाइम नहीं लगेगा। कॉन्सैप्ट सीखने में टाइम लगता है, एक बार कॉन्सैप्ट 10-15 दिन लगा के अगर आ जाते हैं तो ਆਪਾਂ ਨੂੰ ਜਿਹੜਾ ਕੀ ਹੈ ਕੁਐਸਚਨਸ ਕਰਨ ਵਿੱਚ ਦਿੱਕਤ ਨਹੀਂ ਆਉਂਦੀ। ਇੱਕ ਵਾਰੀ ਕਨਸੈਪਟ ਸਮਝ ਲਿਆ ਜਾਵੇ, ਅਗਰ ਕੋਈ ਦਿੱਕਤ ਵੀ ਆਉਂਦੀ ਕਿਸੇ ਕੁਐਸਚਨ ਦੇ ਵਿੱਚ, ਇਸੇ ਨੰਬਰ ਤੇ WhatsApp ਕਰ ਦੇਣਾ, ਕਿਸੇ ਵੀ ਕੁਐਸਚਨ ਦਾ ਫੋਟੋ ਭੇਜ ਦੇਣਾ, ਉਸ ਕੁਐਸਚਨ ਨੂੰ ਸੋਲੂਸ਼ਨ ਜਾਂ ਤੁਹਾਨੂੰ ਮੈਂ ਫੋਨ ਤੇ ਕਰਾ ਦੂੰਗਾ ਜਾਂ ਮੈਂ ਤੁਹਾਨੂੰ ਬਕਾਇਦਾ ਸੋਲੂਸ਼ਨ ਪ੍ਰੋਵਾਈਡ ਕਰਾ ਦੂੰਗਾ, ਜੋ ਵੀ ਹੈ ਮੈਂ ਤੁਹਾਨੂੰ ਪ੍ਰੋਵਾਈਡ ਕਰਾਂਗਾ ਇਸੇ ਨੰਬਰ ਦੇ ਉੱਤੇ, ਠੀਕ ਹੈ ਜੀ। ਬਾਕੀ ਕੋਈ ਵੀ ਡਾਊਟ ਹੈ ਕੋਈ ਵੀ ਕਿਸੇ ਵੀ ਬਾਰੇ, ਠੀਕ ਹੈ ਨਾ, ਤੁਸੀਂ ਇੱਥੇ ਪੁੱਛ ਸਕਦੇ ਹੋ। ਦੂਜੀ ਗੱਲ ਇਹ ਕਿਸ ਲਈ ਹੈਲਪਫੁਲ ਹੈ, ਦੇਖੋ PSSB ਦਾ ਕੋਈ ਵੀ ਐਗਜ਼ਾਮ ਹੈ, मैं किसी एक एग्जाम की गल नहीं करता, बिकॉज PSSB का कोई भी एग्जाम है। PPSC ਲਈ मैं नहीं कहता, PPSC ਲਈ बेसिक्स ਤੁਹਾਡੇ ਇੱਥੋਂ ਬਿਲਕੁਲ ਕਲੀਅਰ ਹੋ ਜਾਣਗੇ। PPSC ਲਈ ਤੁਸੀਂ ਕੀ ਕਰਨਾ ਪਏਗਾ, ਨਾਲ ਦੀ ਨਾਲ ਤੁਹਾਨੂੰ ਹਾਈ ਲੈਵਲ ਕੁਐਸਚਨ ਦੀ ਕਿਤੇ ਨਾ ਕਿਤੇ ਪ੍ਰੈਕਟਿਸ ਕਰਨੀ ਪਏਗੀ ਮੇਰੀ सीरीज तो बाद, ठीक है। हाई लेवल क्वेश्चन की कोशिश करा मैं भी कुछ हद तक प्रैक्टिस करावांगा PPSC सेट्स, बट कुछ हद तक तुसीं अपने वालों प्रैक्टिस PPSC लिए कुछ थोड़ा जा करना तुहानूं आप ही पऊगा। PSSB लिए सफिशिएंट है, ठीक है। ये करके तुसीं कितों भी कोई भी क्वेश्चन मतलब ये सफिशिएंट है। पहली गल तां कितों भी कोई प्रैक्टिस कर सकते हो, कोई भी हर चैप्टर के कुछ आप कह सकते हैं 150 तो 200 क्वेश्चन प्रैक्टिस कर लिया करना हर चैप्टर के, वो तुहाडे लिए सफिशिएंट है। PSSB का कोई भी एग्जाम, क्लैरिकल हो गया, वीडियो हो गया, फॉरेस्ट गार्ड हो गया, ठीक है, जिन्ने भी एग्जाम्स ने मैं सब टारगेट करके चल रहा, मैं किसी एग्जाम की गल नहीं कर रहा। मैं तो बच्चा तैयारी पता किवें करता है, बच्चा तैयारी करता फॉरेस्ट गार्ड की तैयारी कर रहा, फॉरेस्ट गार्ड तक जाना, एवं तैयारी नहीं होंगी। तैयारी होंगी है मैं टाइम एंड वर्क की तैयारी कर रहा जी, क्यों, टाइम एंड वर्क को पूरा करो, जो करना ही है टाइम एंड वर्क को पूरा किया जा सकता है, सॉरी टाइम एंड वर्क को पूरा किया जाए। कारण ये नहीं है भी मैं कला वीडियो की तैयारी कर रहा, इसका मतलब की होंगे कला वीडियो तक। देखो
ਜਿਵੇਂ ਟਾਈਮ ਐਂਡ ਵਰਕ ਪੜ੍ਹ ਰਿਹਾ, ਮੈਨੂੰ ਕੀ ਪਤਾ ਵੀਡੀਓ ਤੱਕ ਦਾ ਲੈਵਲ ਕੀ ਹੈ। ਮੈਂ ਤਾਂ ਟਾਈਮ ਐਂਡ ਵਰਕ ਨੂੰ ਪਹਿਲਾਂ ਬਿਲਕੁਲ ਆਸਾਨ ਕੁਐਸਚਨ, ਫਿਰ ਥੋੜੇ ਜਿਹੇ ਔਖੇ ਕੁਐਸਚਨ, ਫਿਰ ਔਖੇ ਕੁਐਸਚਨ, ਜਦੋਂ ਸਾਰੀ ਕੁਐਸਚਨ ਕਰ ਲਏ ਫਿਰ ਸਾਰੇ ਹੀ ਤਿਆਰੀ ਹੋ ਗਈ ਜੀ, ਕਿਸੇ ਇੱਕ ਦੀ ਕਿਉਂ। ਸੋ ਇੱਕ ਵਾਰੀ ਕਰੋ, ਵਧੀਆ ਤਿਆਰੀ ਕਰੋ, ठीक है। कोई डाउट आए तो तुम इस नंबर पर कॉल कर लोगे, ठीक है। इसी तरीके मैं कोशिश करांगा भी सीरीज से कम टाइम एंड वर्क दी 10 तो 12 क्लासेस तो कल्ले उन्होंने कॉन्सैप्ट दी लवांगा नहीं, 12 क्लासेस कल्ले टाइम एंड वर्क दी। दैन उस तो बाद 3 तो 4 क्लासेस उन्होंने प्रैक्टिस दी लवांगे। प्रैक्टिस तो मैं उरे कराऊंगा प्रीवियस ईयर क्वेश्चन जोड़े होंगे ने जिन्होंने आप कह सकते हैं अलग अलग एग्जाम चों, सेंटर के भी स्टेट के भी, मतलब जिन्ने भी एग्जाम मैंने लगते हैं जो क्वेश्चन वधिया है, ਜਿਹੜਾ ਕੁਐਸਚਨ ਤੁਹਾਡੇ ਤੱਕ ਪਹੁੰਚਣਾ ਚਾਹੀਦਾ ਉਸ ਕੁਐਸਚਨ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਮੈਂ ਰੱਖਾਂਗਾ। ਅਗਰ ਕੋਈ ਡਾਊਟ ਹੁੰਦਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੀ। ਫਿਰ ਵੀਡੀਓ ਕਿਵੇਂ ਲੱਗੀ ਥੱਲੇ ਕਮੈਂਟ 'ਚ ਦੱਸ ਸਕਦੇ ਹੋ, ਮੈਨੂੰ ਨੰਬਰ ਤੇ ਦੱਸ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।